ਸ਼ੇਬਾਂ ਦੇ ਅਸੀਂ ਬੱਚਿਆਂ ਨੂੰ ਪੜਾਉਂਦੇ ਕੀ ਰਹੇ ਹੁਣ ਤੱਕ ਇਹੀ ਨਾ ਕਿ ਇੱਕ ਕੁੜੀ ਦੀ ਮੁਹੱਬਤ ਵਿੱਚ ਇੱਕ ਬੰਦਾ ਪਾਗਲ ਹੋ ਗਿਆ ਤੇ ਗੀਤ ਲਿਖਣ ਲੱਗ ਗਿਆ। ਅਸੀਂ ਤਾਂ ਸਮਝੇ ਨਹੀਂ ਸ਼ਿਵ ਕੁਮਾਰ ਨੂੰ, ਅਸੀਂ ਇੰਨਾ ਕਹਿ ਕੇ ਪਾਸੇ ਕਰਤਾ, ਉਹਦੇ ਵਿਅਕਤੀਗਤ ਇਸ਼ਕ ਨਾਲ ਜੋੜ ਕੇ ਅਸੀਂ ਉਹਨੂੰ ਬਿਰਹੋਂ ਦਾ ਕਵੀ ਬਣਾ ਕੇ ਰੱਖ ਦਿੱਤਾ। ਇਤਿਹਾਸ ਦੇ ਫੈਸਲੇ ਨਾ ਮਿੰਟਾਂ ਸਕਿੰਟਾਂ 'ਚ ਹੁੰਦੇ ਆ, ਇਤਿਹਾਸ ਦੇ ਫੈਸਲੇ ਨਾ ਛਿੜਾਂ ਹੁੰਦੇ ਆ, ਇਤਿਹਾਸ ਦੇ ਫੈਸਲੇ ਇਤਿਹਾਸ ਹੀ ਕਰਦਾ ਹੁੰਦਾ ਆ। ਪਲੇਟਫਾਰਮ ਦੀ ਟਿਕਟ 5 ਰੁਪਏ ਦੀ ਸੀ, ਉਹ ਦੂਜੇ ਦਿਨ ਹੀ 50 ਰੁਪਏ ਦੀ ਹੋ ਜਾਂਦੀ ਹੈ ਜਦੋਂ ਉਹ ਟਾਟੀਆਂ ਅਵਾਲੀਆਂ ਨੂੰ ਵੇਚ ਦਿੱਤਾ ਜਾਂਦਾ। ਜਦੋਂ ਪੰਜਾਬ ਦਾ ਕਿਸਾਨ ਇਹ ਕਹਿੰਦਾ ਕਿ ਸਾਡੀ ਲੜਾਈ ਮੋਦੀ ਨਾਲ ਨਹੀਂ, ਸਰਕਾਰ ਨਾਲ ਵੀ ਨਹੀਂ, ਸਾਡੀ ਲੜਾਈ ਕਾਰਪੋਰੇਟ ਨਾਲ। ਇਹ ਸਬਕ ਅਸੀਂ ਨਹੀਂ ਪੜ੍ਹਾ ਸਕੇ, ਆ ਭੀਮਿੰਦਰ ਨੂੰ ਨਹੀਂ ਪੜ੍ਹਾ ਸਕੇ, ਇਹ ਸਬਕ ਯੂਨੀਵਰਸਿਟੀਆਂ ਵਾਲੇ ਇੱਕ ਕਿਸਾਨਾਂ ਨੇ ਪੜ੍ਹਾਇਆ ਜਿਨ੍ਹਾਂ ਦੀ ਸੰਗੀ ਨੂੰ ਅੱਪ ਪਿਆ ਸੀ। ਅਸੀਂ ਜਿਸ ਬੰਦੇ ਨਾਲ ਬਹੁਤ ਅਨਿਆਂ ਕੀਤਾ, ਜਿਹਨੂੰ ਅਸੀਂ ਪੜ੍ਹਿਆ ਬਹੁਤ, ਜਿਹਨੂੰ ਅਸੀਂ ਵਡਿਆਇਆ ਬਹੁਤ, ਪਰ ਅਸੀਂ ਸਮਝਿਆ ਨਹੀਂ ਉਹਨੂੰ, ਉਹ ਸੀ ਸ਼ਿਵ ਕੁਮਾਰ। ਸ਼ਿਵ ਕੁਮਾਰ ਪੰਜਾਬੀ ਦਾ ਬਹੁਤ ਪਾਪੂਲਰ ਪੋਇਟ ਆ, ਬੜਾ ਗਾਇਆ, ਕੋਈ ਗਾਇਕ ਨਹੀਂ ਜਿਹਨੇ ਗਾਇਆ ਨਾ ਹੋਵੇ। ਨਸਰਤ ਫਤਿਹ ਅਲੀ ਖਾਂ ਤੱਕ ਨੇ ਵੀ ਗਾਤਾ, ਕਵਾਲੀ ਦੇ ਰੂਪ ਚ ਗਾਤਾ ਉਹਨੂੰ, ਪਰ ਸ਼ਿਵ ਨੂੰ ਸਮਝਿਆ ਕਹਿੰਦਾ ਕਾਸੀ। ਸ਼ਿਵ ਦੇ ਅਸੀਂ ਬੱਚਿਆਂ ਨੂੰ ਪੜਾਉਂਦੇ ਕੀ ਰਹੇ ਹੁਣ ਤੱਕ ਇਹੀ ਨਾ ਕਿ ਇੱਕ ਕੁੜੀ ਦੀ ਮੁਹੱਬਤ ਵਿੱਚ ਇੱਕ ਬੰਦਾ ਪਾਗਲ ਹੋ ਗਿਆ ਤੇ ਗੀਤ ਲਿਖਣ ਲੱਗ ਗਿਆ। ਕੌਣ ਨਹੀਂ ਜਿਹਨੇ ਤੁਹਾਡੇ ਚੋਂ ਮੁਹੱਬਤ ਨਹੀਂ ਕੀਤੀ? ਕਿੰਨੇ ਤੁਸੀਂ ਪਾਗਲ ਹੋਏ, ਕਿੰਨੇ ਸ਼ਿਵ ਕੁਮਾਰ ਬਣ ਗਏ? ਗੱਲ ਤਾਂ ਬਹੁਤ ਵੱਡੀ ਸੀ। ਅਸੀਂ ਸ਼ਿਵ ਨੂੰ ਇੰਨਾ ਛੋਟਾ ਕਰ ਲਿਆ। ਸ਼ਿਵ ਦੀ ਕਵਿਤਾ ਵਿੱਚ ਰੋਣਾ ਇੱਕ ਬੰਦੇ ਦਾ ਨਹੀਂ ਸੀ, ਇੱਕ ਜਮਾਤ ਦਾ ਸੀ, ਪੂਰੀ ਦੀ ਪੂਰੀ ਜਮਾਤ ਦਾ, ਹਿੰਦੁਸਤਾਨ ਦੇ ਉਸ ਮੁਆਸ਼ਰੇ ਦਾ, ਉਹ ਹਿੰਦੁਸਤਾਨ ਦਾ ਉਹ ਸਮਾਜ ਜਿਹੜਾ ਆਪਣੇ ਆਪ ਨੂੰ ਇੱਕ ਜੋਬਨਮਤੀ ਕੁੜੀ ਵਰਗਾ ਸਮਝ ਰਿਹਾ ਸੀ, ਤੇ ਜਿਸ ਜੋਬਨਮਤੀ ਕੁੜੀ ਨੂੰ ਆਪਣੇ ਜੋਬਨ ਦੇ ਅਜਾਈ ਜਾਣ ਦਾ ਝੋਰਾ ਸੀ। ਅਸੀਂ ਤਾਂ ਸਮਝੇ ਨਹੀਂ ਸ਼ਿਵ ਕੁਮਾਰ ਨੂੰ, ਅਸੀਂ ਇੰਨਾ ਕਹਿ ਕੇ ਪਾਸੇ ਕਰਤਾ, ਉਹਦੇ ਵਿਅਕਤੀਗਤ ਇਸ਼ਕ ਨਾਲ ਜੋੜ ਕੇ ਅਸੀਂ ਉਹਨੂੰ ਬਿਰਹੋਂ ਦਾ ਕਵੀ ਬਣਾ ਕੇ ਰੱਖ ਦਿੱਤਾ। ਬਹੁਤ ਸਾਰੇ ਲੇਖਕਾਂ ਨਾਲ ਅਸੀਂ ਇੰਝ ਕੀਤਾ ਆ। ਸੋ ਮੇਰਾ ਇਸ਼ਾਰਾ ਸਿਰਫ ਇਹ ਸੀ ਕਿ ਇਤਿਹਾਸ ਦੇ ਜਿਸ ਦੰਦੇ ਦੇ ਉੱਤੇ ਹਮਦਰਦ ਵੀਰ ਨਿਸ਼ਹਿਰ ਵੀ ਨੇ ਲਿਖਣਾ ਸ਼ੁਰੂ ਕੀਤਾ, ਇਤਿਹਾਸ ਦੇ ਉਸ ਧਾਰੇ ਨੂੰ ਸਮਝੋ। ਇਤਿਹਾਸ ਦਾ ਉਹ ਛਣ ਜਿਹੜਾ ਸੀ, ਉਹ ਹਿੰਦੁਸਤਾਨ ਪਾਕਿਸਤਾਨ ਨਹੀਂ ਗੱਲਾ, ਉਹ ਦੁਨੀਆ ਦੇ ਬਹੁਤ ਵੱਡੇ ਖਿੱਤੇ ਦੇ ਦੇਸ਼ਾਂ ਲਈ ਇੱਕ ਫੈਸਲਾਕੁਨ ਦੌਰ ਸੀ। ਇਤਿਹਾਸ ਦਾ ਇੱਕ ਫੈਸਲਾਕੁਨ ਦੌਰ ਸੀ ਕਿ ਕਿੱਧਰ ਨੂੰ ਜਾਣਾ ਆ। ਦੋ ਵਿਚਾਰਾਂ ਦੀ ਬਹੁਤ ਵੱਡਾ ਭੇੜ ਹੋ ਰਿਹਾ ਸੀ। ਇੱਕ ਪਾਸੇ ਸਾਡੇ ਕੋਲ ਨਹਿਰੂ ਮਾਡਲ ਸੀ, ਅਸੀਂ ਨਹਿਰੂ ਨੂੰ ਵੀ ਖੰਡ ਨਹੀਂ ਪਾਈ, ਅਸੀਂ ਨਹਿਰੂ ਨਾਲ ਵੀ ਬਹੁਤ ਬੇਇਨਸਾਫੀ ਕੀਤੀ ਆ। ਮਾਫ ਕਰਿਓ ਮੇਰੇ ਦੋਸਤ ਪੰਜਾਬ ਵਾਲੇ, ਨਹਿਰੂ ਗਾਂਧੀ ਨੂੰ ਬਹੁਤ ਘੱਟ ਅਸੈਸ ਕਰਦੇ ਆ ਕਿ ਅਸੀਂ ਬਹੁਤ ਕੁਝ ਐਵੇਂ ਕਹਿ ਦਿੰਦੇ ਆ। ਇੱਕ ਪਾਸੇ ਨਹਿਰੂ ਮਾਡਲ ਸੀ ਜਿਹੜਾ ਭਾਵੇਂ ਉਹਦੇ 'ਚ 100 ਕਮਜ਼ੋਰੀਆਂ ਸੀ, ਜਿਹੜਾ ਹਿੰਦੁਸਤਾਨ ਦੀ ਲਿਟਰੇਸੀ ਕਰ ਗਿਆ, ਹਿੰਦੁਸਤਾਨ 'ਚ ਵੱਡੇ ਅਦਾਰੇ ਪੈਦਾ ਕਰਕੇ ਉਹਨਾਂ ਅਦਾਰਿਆਂ ਨੂੰ ਪਬਲਿਕ ਸੈਕਟਰ ਵਿੱਚ ਕਰ ਗਿਆ। ਭਲਾਈ ਵਰਗੇ ਅਦਾਰੇ, ਭਾਖੜਾ ਵਰਗੇ ਬਹੁਤ ਕੁਝ ਨਹਿਰੂ ਨੇ ਸਿਰਜਿਆ। ਇਸ ਹਿੰਦੁਸਤਾਨ ਨੂੰ ਨਵੇਂ ਤੇ ਆਧੁਨਿਕ ਹਿੰਦੁਸਤਾਨ ਦੇ ਰੂਪ 'ਚ ਜਿਸ ਤਰ੍ਹਾਂ ਨਹਿਰੂ ਨੇ ਕਲਪਿਆ ਆ, ਦੁਨੀਆ ਦੇ 4-5 ਸਟੇਟਸਮੈਨ ਹੀ ਸੀ, ਪਰ ਅਸੀਂ ਉਹਨੂੰ ਵੀ ਉਸ ਤਰ੍ਹਾਂ ਨਹੀਂ ਸਮਝਿਆ। ਖੈਰ ਮੈਂ ਉਸ ਗੱਲ 'ਚ ਨਹੀਂ ਆਉਣਾ ਚਾਹੁੰਦਾ, ਮੈਂ ਕਿਸੇ ਦੀ ਵਕਾਲਤ ਕਰਨ ਲਈ ਨਹੀਂ ਖੜਾ ਇੱਥੇ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਇਤਿਹਾਸ ਦੇ ਉਸ ਧਾਰੇ ਨੂੰ ਜੇ ਸਮਝਣਾ ਹੋਵੇ ਤਾਂ ਸਾਨੂੰ ਉਸ ਵੇਲੇ ਦੁਨੀਆ ਦੀਆਂ ਕੰਟਰਾਡਿਕਸ਼ਨ ਸਮਝਣ ਦੀ ਲੋੜ ਆ ਕਿ ਇਤਿਹਾਸ ਵਿੱਚ ਵੱਡੀ ਕੰਟਰਾਡਿਕਸ਼ਨ ਇਹ ਸੀ ਕਿ ਅਸੀਂ ਰਾਹ ਕਿਹੜਾ ਲਈਏ। ਅਸੀਂ ਰਾਹ ਸਾਮਰਾਜ ਦੀ ਨਵੇਂ ਰੂਪ 'ਚ ਜਿਹੜਾ ਨਵ ਸਾਮਰਾਜਵਾਦ ਸੀ, ਅਸੀਂ ਨਵ ਸਾਮਰਾਜਵਾਦ ਵਾਲਾ ਰਾਹ ਲੈਣਾ ਆ, ਜਾਂ ਅਸੀਂ ਜਿਹੜਾ ਮਾਡਲ ਜਿਸ ਮਾਡਲ ਨੂੰ ਨਹਿਰੂ ਅਪਣਾਉਣ ਦੀ ਕੋਸ਼ਿਸ਼ ਕਰਦਾ ਆ, ਜਿਹੜਾ ਮਾਡਲ ਸਾਡੇ ਕੋਲੇ ਦੋ ਦੇਸ਼ਾਂ ਨੇ ਸਿਰਜਿਆ ਹੋਇਆ ਸੀ, ਅਸੀਂ ਸਮਾਜਵਾਦੀ ਮਾਡਲ ਕਹਿੰਦੇ ਆ, ਰੂਸ ਦਾ ਤੇ ਚੀਨ ਦਾ ਮਾਡਲ। ਇਹ ਇੱਕ ਵੱਡੀ ਲੜਾਈ ਸੀ। ਇਹ ਫੈਸਲੇ ਕੋਈ ਛੋਟੇ ਨਹੀਂ ਹੁੰਦੇ। ਇਤਿਹਾਸ ਦੇ ਫੈਸਲੇ ਨਾ ਮਿੰਟਾਂ ਸਕਿੰਟਾਂ 'ਚ ਹੁੰਦੇ ਆ, ਇਤਿਹਾਸ ਦੇ ਫੈਸਲੇ ਨਾ ਛਿੜਾਂ ਹੁੰਦੇ ਆ, ਇਤਿਹਾਸ ਦੇ ਫੈਸਲੇ ਇਤਿਹਾਸ ਹੀ ਕਰਦਾ ਹੁੰਦਾ ਆ। ਸੋ ਅੱਜ ਅਸੀਂ ਕਿੱਥੇ ਆ ਕੇ ਖੜ ਗਏ? ਜਿਹੜੀ ਗੱਲ ਬਾਵੇ ਨੇ ਕਹੀ ਸੀ ਕਿ ਖੇਤ ਗੁਲਾਮ ਹੋਣ ਵਾਲੇ ਨੇ, ਕਿ ਖੇਤਾਂ ਦੀ ਲੜਾਈ ਲੜਕੇ ਹਟੀਆਂ ਸੀ। ਅਜੇ ਤਾਂ ਤੁਹਾਨੂੰ ਇਸ ਪੱਖ ਹਜੇ ਤਾਂ ਤੁਹਾਡੇ ਕੋਲ ਬਹੁਤ ਸਾਰੀਆਂ ਐਸੀਆਂ ਸੂਚਨਾਵਾਂ ਨਹੀਂ ਆ ਰਹੀਆਂ, ਕਿਉਂਕਿ ਸੂਚਨਾਵਾਂ ਦੇਣ ਵਾਲਾ ਕੌਣ ਆ? ਸੂਚਨਾਵਾਂ ਦੇਣ ਵਾਲਾ ਟੀਵੀ ਹੈ ਨਾ। ਸੂਚਨਾਵਾਂ ਦੇਣ ਵਾਲਾ ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਸਭ ਕੁਝ ਚੋਰਾਂ ਨੇ ਵੇਚ ਜਾਣਾ ਸੀ। ਸ਼ੁਕਰ ਕਰੋ ਸੋਸ਼ਲ ਮੀਡੀਆ ਦਾ ਕਿ ਬਹੁਤ ਸਾਰੀਆਂ ਸੂਚਨਾਵਾਂ ਆ ਰਹੀਆਂ, ਭਾਵੇਂ ਅਧੂਰੇ ਰੂਪ 'ਚ ਆ ਰਹੀਆਂ ਨੇ। ਅੱਜ ਜਿਸ ਪਲੇਟਫਾਰਮ ਦੀ ਟਿਕਟ 5 ਰੁਪਏ ਦੀ ਸੀ, ਉਹ ਦੂਜੇ ਦਿਨ ਹੀ 50 ਰੁਪਏ ਦੀ ਹੋ ਜਾਂਦੀ ਹੈ ਜਦੋਂ ਉਹ ਟਾਟੀਆਂ ਅਵਾਲੀਆਂ ਨੂੰ ਵੇਚ ਦਿੱਤਾ ਜਾਂਦਾ। ਅੱਜ ਕਿੰਨਾ ਕੁਝ ਆ। ਅੱਜ ਫਿਰ ਪੰਜਾਬ ਦੇ ਕਿਸਾਨ ਨੂੰ ਇਹ ਗੱਲ ਸਮਝ ਆਉਣੀ ਸ਼ੁਰੂ ਹੋਈ ਆ ਕਿ ਸਾਡੀ ਲੜਾਈ, ਜਦੋਂ ਪੰਜਾਬ ਦਾ ਕਿਸਾਨ ਇਹ ਕਹਿੰਦਾ ਕਿ ਸਾਡੀ ਲੜਾਈ ਮੋਦੀ ਨਾਲ ਨਹੀਂ, ਸਰਕਾਰ ਨਾਲ ਵੀ ਨਹੀਂ, ਸਾਡੀ ਲੜਾਈ ਕਾਰਪੋਰੇਟ ਨਾਲ।
ਇਹ ਸਬਕ ਅਸੀਂ ਨਹੀਂ ਪੜ੍ਹਾ ਸਕੇ, ਆ ਭੀਮਿੰਦਰ ਨੂੰ ਨਹੀਂ ਪੜ੍ਹਾ ਸਕੇ। ਇਹ ਸਬਕ ਯੂਨੀਵਰਸਿਟੀਆਂ ਵਾਲੇ ਇੱਕ ਕਿਸਾਨਾਂ ਨੇ ਪੜ੍ਹਾਇਆ ਜਿਨ੍ਹਾਂ ਦੀ ਸੰਗੀ ਨੂੰ ਹੱਥ ਪਿਆ ਸੀ। ਔਰ ਉਸ ਦਰਦ ਨੂੰ ਬਿਆਨ ਕਰਨਾ ਸ਼ੁਰੂ ਕਰਦੇ ਨੇ ਹਮਦਰਦ ਵੀਰ ਸ਼ਾਇਰ ਵੀ ਆਪਣੇ ਪਹਿਲੇ ਸੰਗ੍ਰਹਿ ਦੇ ਵਿੱਚ ਧਰਤੀ ਭਰੇ ਹੰਗਾਰਾ ਨੇ। ਕਵਿਤਾ ਦਾ ਕਿਤਾਬ ਦਾ ਨਾਂ ਹੀ ਦੇਖੋ ਕਿੰਨਾ ਸਿੰਬੋਲਿਕ ਆ। ਸਾਡੇ ਹੰਗਾਰੇ ਗੂੰਗੇ ਹੋ ਰਹੇ ਸੀ। ਤੁਸੀਂ ਦੇਖੋ ਕਿ ਸਾਡੇ ਵੱਡੇ ਕਵੀ ਕੀ ਕਰ ਰਹੇ ਨੇ। ਸਾਡੇ ਵੱਡੇ ਕਵੀਆਂ ਚੋਂ ਇਸ ਦੌਰ 'ਚ ਮੋਹਨ ਸਿੰਘ ਨਿਰਾਸ਼ ਹੋ ਰਿਹਾ, ਅਮਰਤਾ ਨਿਰਾਸ਼ ਹੋ ਰਹੀ ਆ, ਹਰਭਜਨ ਸਿੰਘ ਤਾਰ ਤੁੱਕਾ ਨਾਲ ਦੀ ਕਵਿਤਾ ਲਿਖ ਰਿਹਾ ਕਿ ਤੁਹਾਡੀ ਹੋਂਦ ਤਾਰ ਤੇ ਲਟਕਦੇ ਪਾਣੀ ਦੇ ਕਤਰੇ ਵਰਗੀ ਆ। ਇਹ ਹਰਭਜਨ ਸਿੰਘ ਕਹਿ ਰਿਹਾ ਜਿਹੜਾ ਸਾਡਾ ਵੱਡਾ ਚਿੰਤਕ ਪੋਇਟ ਆ। ਔਰ ਮੀਸਾ ਇਹ ਕਹਿ ਰਿਹਾ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਚਰਸਤੇ 'ਚ ਖੜੀਏ ਕਿੱਧਰ ਨੂੰ ਜਾਈਏ। ਬਹੁਤ ਸਾਰੇ ਇਹੋ ਜਿਹੇ ਸੰਗ੍ਰਹਿ ਨੇ ਪੰਜਾਬੀ ਦੇ ਵਿੱਚ। ਉਦੋਂ ਜਿਹੜੇ ਹਮਦਰਦ ਵੀਰ ਸ਼ਾਇਰ ਵੀ ਹੁਣੀ ਆਪਣਾ ਪਹਿਲਾ ਕਾਵਿ ਸੰਗ੍ਰਹਿ ਲਿਖਦੇ ਨੇ ਧਰਤੀ ਭਰੇ ਹੰਗਾਰਾ ਵੇ। ਸਵਾਲ ਇਹ ਸੀ ਕਿ ਕਿਹਦੇ ਹੰਗਾਰੇ ਨੂੰ ਉਡੀਕਦੇ ਆ, ਹੰਗਾਰਾ ਹਾਕਮਾਂ ਦਾ ਕਿ ਹੰਗਾਰਾ ਬਾਦਸ਼ਾਹ ਦਾ। ਇਹਨਾਂ ਨੇ ਉਦੋਂ ਸਮਝ ਲਿਆ ਸੀਗਾ ਕਿ ਲੇਖਕ ਲਈ ਇੱਥੇ ਇਸ਼ਾਰਾ ਆਇਆ ਸੀ ਕਿ ਲੇਖਕ ਕਦੇ ਨਾ ਨਿਰਪੱਖ ਹੁੰਦਾ ਆ, ਨਾ ਲੇਖਕ ਇਤਿਹਾਸ ਤੋਂ ਅੱਖਾਂ ਮੀਚ ਸਕਦਾ। ਲੇਖਕ ਲਿਖਦਾ ਤਾਂ ਉਹੀ ਹੈ ਜੋ ਇਤਿਹਾਸ ਲਿਖਾਉਂਦਾ। ਇਹ ਨਹੀਂ ਕਿ ਲੇਖਕ ਆਪਣੀ ਸਮਝ ਮੁਤਾਬਕ ਲਿਖਦਾ ਆ। ਲੇਖਕ ਉਹੀ ਲਿਖਦਾ ਆ ਜੋ ਉਹਦੇ ਤੋਂ ਇਤਿਹਾਸ ਲਿਖਾਉਂਦਾ ਆ। ਪਰ ਇੱਕ ਫਰਕ ਹੁੰਦਾ ਆ ਕਿ ਜਦੋਂ ਲੋਕ ਹਾਰ ਜਾਂਦੇ ਆ, ਥੱਕ ਜਾਂਦੇ ਆ, ਉਦੋਂ ਵੀ ਲੇਖਕ ਹਾਰਦਾ ਤੇ ਥੱਕਦਾ ਨਹੀਂ। ਜਿਹੜਾ ਨਾਵਲਾਂ 'ਚ ਹੁੰਦਾ ਨਾ, ਜਿਹੜਾ ਹਮਦਰਦ ਵੀਰ ਸ਼ਾਇਰ ਵੀ ਜਾਂ ਫੈਜ਼ ਅਹਿਮਦ ਫੈਜ਼ ਵਾਲੇ ਕਬੀਲੇ ਦਾ ਲੇਖਕ ਹੁੰਦਾ ਆ, ਉਹ ਉਦੋਂ ਹੀ ਸਵਾਲ ਉਠਾਉਂਦਾ। ਮੇਰੇ ਮਗਰ ਮੇਰਾ ਸੱਜਣ ਖੜ ਗਿਆ ਤੇ ਮੈਂ ਆਪਣੀ ਗੱਲ ਇੱਥੇ ਸਮੇਟ ਰਿਹਾ। ਮੈਂ ਆਪਣੀ ਗੱਲ ਸਮੇਟ ਰਿਹਾ। ਰਾਜਸਥਾਨ ਦੇ ਇੱਕ ਦੂਰ ਦਰਾਜ ਦੇ ਕਵੀ, ਉਹਦਾ ਨਾਂ ਨੂੰ ਚੇਤੇ ਆ ਰਿਹਾ, ਉਹਦੀ ਬਹੁਤ 5-7 ਸਾਲ ਪਹਿਲਾਂ ਇੱਕ ਨਜ਼ਮ ਛਪੀ ਸੀ ਉਹਦੀ। ਕਿਉਂਕਿ ਮੈਂ ਅਕਸਰ ਪਹਿਲਾਂ ਕਹਿੰਦਾ ਰਿਹਾ ਕਿ ਲੋਕ ਲੜਦੇ ਆ, ਲੋਕ ਲੜ ਰਹੇ ਨੇ, ਲੋਕ ਲੜਨਗੇ। ਕੇਂਦਰੀ ਪੰਜਾਬੀ ਲੇਖ ਸਭਾ ਦੀ ਕਾਨਫਰੰਸ ਵਿੱਚ ਪ੍ਰੋਫੈਸਰ ਤੁਸੀਂ ਹਾਜ਼ਰ ਸੀ। ਜਦੋਂ ਮੈਂ ਆਪਣੇ ਭਾਸ਼ਣ 'ਚ ਗੱਲ ਮੁਕਾਈ ਤਾਂ ਬਹੁਤ ਸਾਰੇ ਬੰਦਿਆਂ ਨੇ ਮੈਨੂੰ ਕਿਹਾ ਕਿੱਥੇ ਲੜਦੇ ਆ, ਕੌਣ ਲੜਦਾ, ਐਵੇਂ ਸੁਪਨੇ ਦਿਖਾਈ ਜਾਂਦਾ। ਲੜਦੇ ਲੋਕ ਜਿਸਦੇ ਹੁੰਦੇ ਆ। ਮੈਨੂੰ ਉਸ ਕਵੀ ਦਾ ਨਾਂ ਤਾਂ ਨਹੀਂ ਚੇਤੇ ਆ ਰਿਹਾ, ਪਰ ਉਹਦੀ ਨਜ਼ਮ ਦਾ ਪੰਜਾਬੀ ਤਰਜਮਾ ਮੈਂ ਤੁਹਾਨੂੰ ਸੁਣਾ ਦਿੰਦਾ। ਉਹਨੇ ਕਿਹਾ ਸੀ ਕਿ ਲੋਕ ਮਾਰੇ ਫਿਰਦੇ ਹਨ, ਉਹ ਕਹਿੰਦੇ ਹਨ। ਲੋਕ ਮਾਰੇ ਫਿਰਦੇ ਹਨ, ਉਹ ਕਹਿੰਦੇ ਹਨ। ਲੋਕ ਮਾਰੇ ਫਿਰਦੇ ਹਨ, ਬੀੜੀ ਵਾਂਗ ਸੁਲਗਦੇ ਹਨ, ਉਹ ਕਹਿੰਦੇ ਹਨ। ਲੋਕ ਆਪਣੇ ਬੋਝਿਆਂ 'ਚ ਅੱਗ ਛਪਾਈ ਫਿਰਦੇ ਹਨ, ਲੋਕ ਮਾਰੇ ਫਿਰਦੇ ਹਨ। ਥੈਂਕ ਯੂ।